ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂ ਕਰਾਹੇ ਤਿਹਾ ਹੋ ਕਰੀ ਵਖਿਆਨ। ਵਹ ਪ੍ਰਗਟਿਓ ਪੁਰਖ ਅਗੰਮੜਾ, ਵਰਿਆਮ ਅਕੇਲਾ। ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਹੋਏ ਬੈਠੇ ਗੁਰੂ ਪਿਆਰੇ ਸਤ ਸੰਗੀ ਜਨੋ, ਵੱਡ ਭਾਗੇ ਹੋ ਜੋ ਕਿ ਸਾਹਿਬੇ ਕਮਾਲ ਸਰਬੰਸ ਦਾਨੀ ਸ਼ਾਹੀ ਸ਼ਹਿਨਸ਼ਾਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਦੂਸਰੇ ਦਿਨ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ। ਦਾਸ ਨੂੰ ਕੁਝ ਕੁ ਸਮਾਂ ਪ੍ਰਾਪਤ ਹੋਇਆ ਹੈ। ਜਿਤਨੀ ਕੁ ਪਰਮੇਸ਼ਰ ਨੇ ਸਮੱਤ ਬਖਸ਼ੀ ਹੈ, ਉਸ ਦੇ ਅਨੁਸਾਰ ਆਪ ਜੀ ਦੇ ਸਮਕਸ਼ ਕੁਛ ਗੁਰਮਤਿ ਦੀ ਵਿਚਾਰ ਨੂੰ, ਗੁਰ ਇਤਿਹਾਸ ਨੂੰ ਆਪ ਜੀ ਦੇ ਸਮਕਸ਼ ਰੱਖ ਸਕਾਂ। ਆਓ ਸਭ ਤੋਂ ਪਹਿਲਾਂ ਆਪਣੀ ਅਤੇ ਦਾਸ ਦੀ ਹਾਜ਼ਰੀ ਨੂੰ ਗੁਰੂ ਪਾਵਨ ਦਰਬਾਰ ਦੇ ਅੰਦਰ ਲਗਵਾਉਂਦੇ ਹੋਏ ਫਤਿਹ ਦੀ ਸਾਂਝ ਨੂੰ ਬਣਾਓ। ਦੇਹੋ ਅਸੀਸ ਤੇ ਗੱਜ ਕੇ ਕਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਇਸ ਸੰਸਾਰ ਦੇ ਉੱਤੇ ਵੱਡੇ ਵੱਡੇ ਦਾਨੀ ਹੋਏ ਨੇ। ਇੱਥੇ ਵੱਡਾ ਵੱਡਾ ਦਾਨ ਕਰਨ ਵਾਲੇ ਬਹੁਤ ਸਾਰੇ ਦਾਨੀ ਹੋਏ। ਕਿਸੇ ਨੇ ਬਹੁਤ ਸਾਰਾ ਧਨ ਦਾਨ ਕੀਤਾ, ਕਿਸੇ ਨੇ ਭੂਮ ਦਾਨ ਕੀਤੀ, ਕਿਸੇ ਨੇ ਜਗੀਰਾਂ ਦਾਨ ਦੇ ਵਿੱਚ ਦੇ ਦਿੱਤੀਆਂ। ਇੱਥੋਂ ਤੱਕ ਕਿ ਆਪਣਾ ਰਾਜ ਭਾਗ ਤੱਕ ਵੀ ਦਾਨ ਦੇ ਵਿੱਚ ਦੇ ਦਿੱਤਾ। ਹਾਥੀ ਘੋੜੇ ਦਾਨ ਕਰਨ ਵਾਲੇ ਬਹੁਤ ਸਾਰੇ ਹੋਏ ਨੇ। ਪਰ ਇਸ ਸੰਸਾਰ ਦੇ ਉੱਤੇ ਇੱਕ ਅਨੋਖਾ ਦਾਨੀ ਹੋਇਆ ਹੈ, ਜੋ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਉਹਨਾਂ ਵਰਗਾ ਦਾਨੀ ਸੰਸਾਰ ਦੇ ਉੱਤੇ ਦੂਜਾ ਕੋਈ ਨਹੀਂ ਜੇ। ਹੁਣ ਅਸੀਂ ਸੋਚਾਂਗੇ ਕਿ ਕਿਉਂ ਗੁਰੂ ਗੋਬਿੰਦ ਸਿੰਘ ਵਰਗਾ ਦੂਸਰਾ ਦਾਨੀ ਸੰਸਾਰ ਤੇ ਨਹੀਂ ਹੈ। ਧਨ ਮਾਇਆ ਦੌਲਤ ਦਾਨ ਕਰਨ ਵਾਲੇ ਬਹੁਤ ਸਾਰੇ ਆਏ ਨੇ ਸੰਸਾਰ ਤੇ, ਪਰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਐਸੇ ਅਨੋਖੇ ਦਾਨੀ ਨੇ, ਜਿਨ੍ਹਾਂ ਨੇ ਆਪਣਾ ਸਰਬੰਸ ਦਾਨ ਕਰ ਦਿੱਤਾ। ਸਰਬੰਸ ਤੋਂ ਭਾਵ ਹੈ ਪੂਰਾ ਪਰਿਵਾਰ ਧਰਮ ਤੋਂ ਵਾਰ ਦਿੱਤਾ। ਬਹੁਤ ਵੱਡੀ ਗੱਲ ਹੈ ਜੇਕਰ ਇਸ ਗੱਲ ਨੂੰ ਵਿਚਾਰ ਕੇ ਦੇਖੀਏ। ਆਪਾਂ ਪਰਿਵਾਰਾਂ ਵਾਲੇ ਹਾਂ। ਗੁਰੂ ਸਾਹਿਬ ਜੀ ਸਭ ਤੋਂ ਪਹਿਲੀ ਕੁਰਬਾਨੀ ਆਪਣੇ ਪਿਤਾ ਜੀ ਦੀ ਦਿੱਤੀ ਹੈ। ਚਾਰ ਸਾਹਿਬਜ਼ਾਦੇ ਉਹਨਾਂ ਦੇ ਧਰਮ ਤੋਂ ਕੁਰਬਾਨ ਹੋਏ ਨੇ। ਮਾਤਾ ਗੁਜਰ ਕੌਰ ਜੀ, ਉਹਨਾਂ ਦੀ ਕੁਰਬਾਨੀ ਹੋਈ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਅਜੇ 9 ਸਾਲ ਦੀ ਉਮਰ ਹੈ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰਤਾ ਗੱਦੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਿਰਾਜਮਾਨ ਹਨ। ਹਿੰਦੁਸਤਾਨ ਦੇ ਤਖਤੇ ਤੇ ਔਰੰਗਜ਼ੇਬ ਦਾ ਰਾਜ ਹੈ ਤੇ ਔਰੰਗਜ਼ੇਬ ਨੇ ਇੱਕ ਸੁਪਨਾ ਦੇਖਿਆ। ਇੱਕ ਉਹਦੀ ਸੋਚ ਸੀ ਕਿ ਮੈਂ ਪੂਰੇ ਹਿੰਦੁਸਤਾਨ ਦੇ ਉੱਤੇ ਆਪਣਾ ਧਰਮ ਜਿਹੜਾ ਹੈ ਬਹੁਤ ਜ਼ਿਆਦਾ ਫੈਲਾਉਣਾ ਹੈ, ਇਸਲਾਮ ਦਾ ਵਾਧਾ ਕਰਨਾ ਹੈ। ਉਹਨੇ ਬਹੁਤ ਸਾਰਾ ਜ਼ੁਲਮ ਵੀ ਕੀਤਾ, ਕਿਉਂਕਿ ਉਹਨੇ ਇਹ ਸੋਚ ਸੀ ਕਿ ਮੈਂ ਸਾਰੇ ਧਰਮਾਂ ਨੂੰ ਮਿਟਾ ਕੇ ਇਸਲਾਮ ਦੇ ਵਿੱਚ ਤਬਦੀਲ ਕਰ ਦੇਣਾ, ਸਾਰਿਆਂ ਨੂੰ ਬਣਾ ਹੀ ਮੁਸਲਮਾਨ ਦੇਣਾ, ਦੂਜਾ ਧਰਮ ਦੁਨੀਆ ਤੇ ਰਹਿਣ ਨਹੀਂ ਦੇਣਾ। ਇਹਨੇ ਸਭ ਤੋਂ ਪਹਿਲਾਂ ਕਸ਼ਮੀਰ ਨੂੰ ਚੁਣਿਆ, ਕਿਉਂਕਿ ਕਸ਼ਮੀਰ ਦੇ ਵਿੱਚ ਵਿਦਵਾਨ ਪੰਡਤ ਸਨ। ਇਹਨੇ ਸੋਚਿਆ ਜੇ
इस धर्म के आगू जिहड़े पंडित ने उन्हां नूं इस धर्म दे विच इस्लाम दे विच लिआंदा जावे ते फिर दूसरिਆਂ ਨੂੰ बनाउणा बहुत सौखा हो जाएगा। इन्हें शेर अफगान नूं कश्मीर वाल गवर्नर बना के भेजिया। इन्हें कहा जिस तरह भी हो सके इस्लाम का वाधा करना, दूजे धर्मां नूं खत्म कर देना। इत्थों तक इन्हें अत कर दित्ती कि तलवार के जोर के नाल जनेऊ उतारन लगा। कश्मीर के पंडित इतिहास कहता कि वह अमरनाथ की गुफा दे विच जाके उन्होंने उत्थे जाके भी बेनतियां कीतियां ने, पर उत्थे इतिहास कहता पंडित कृपा राम नूं सुपने दे विच शिवजी भगवान के दर्शन हुए तो उन्हें कहा तुहाडे धर्म की रखिया करन वाला गुरु तेग बहादुर पातशाह जो कि आनंदपुर साहब की धरती ते है। ये कुछ पंडित इकट्ठे होके पंडित कृपा राम की अगवाई हेठ आनंदपुर साहब की धरती ते पहुंचे। गुरु तेग बहादुर साहब जी के दरबार के अंदर दाखिल हुए ने ते पातशाह जी के अगे रो रो के बेनतियां करते, पातशाह साडा धर्म खतरे दे विच है, साडे जनेऊ जिहड़े ने तलवार के जोर के नाल उतारे जांदे, साडे धर्म की रखिया करो। ते इतिहास कहता गुरु गोबिंद सिंह जी जदों ये पंडित रो रो के अपनी गाथा सुना रहे सी ना कि असीं इन्ने दुखी हाँ, अपनी बेनतियां करते सी, तो गुरु गोबिंद सिंह जी लगभग 9 साल की उम्र है ते सुन रहे ने गलबात। पुछदे ने पिता जी नूं, पिता जी कौन ने? गुरु तेग बहादुर पातशाह जी कहते कि ये कश्मीर तो पंडित आए ने। पिता जी फिर रोंदे क्यों ने? रोंदे इस करके ने क्योंकि इन्हां दा धर्म खतरे विच है, फिर इन्हां दा धर्म बचेगा किस तरह? तो गुरु तेग बहादुर पातशाह जी कहते एक किसी रहबर नूं कुर्बानी देनी पैगी। मुस्कुरा के गोबिंद राय जी कहन लगे पिता जी फिर तुहाडे तो वड्डा रहबर किहड़ा हो सकदा है? ते गुरु तेग बहादुर पातशाह जी कहन लगे बेटा तुहानूं इस गल दा पता जे मैं कुर्बानी दे दित्ती ते तुसीं अनाथ हो जाओगे, तुहाडे सिर तो पिता दा साया उठ जाएगा। जिस करके मैं कहा कि सब तो वड्डा दानी जिन्हें सरबंस अपना दान कर दिता गुरु गोबिंद सिंह पातशाह जी हैं। कहन लगे पिता जी केवल मेरे एक पिता दे साए तो उठन तो बाद भाव मेरे अनाथ होने दे नाल जे हिंदुस्तान दे हजारां ते लखां बच्चे अनाथ होने तो बच सकण, हजारां औरतां दे सुहाग बच जाण, तो मैं खुशी खुशी आप जी नूं कुर्बानी देण वास्ते तोरन वास्ते तैयार हाँ, मैं मना नहीं करांगा। 9 साल की उम्र दे विच पिता नूं दिल्ली वाल भेजिया। जदों ये गल गोबिंद राय जी ने पिता जी नूं कही तो गुरु तेग बहादुर पातशाह जी ने उन्हां पंडितां नूं विश्वास दिवाया। कहन लगे जाओ जाके औरंगजेब नूं सुनेहा भेज दो कि साडे धर्म की अगवाई गुरु तेग बहादुर पातशाह जी करते हैं, जेकर केवल उन्हां नूं तुसीं पहलों इस्लाम धर्म विच ले आओ ते असीं अपने आप अपना धर्म छड्ड के इस्लाम धर्म विच आ जावांगे। ये गल कह के बड़े प्रेम दे नाल गुरु तेग बहादुर पातशाह जी उन्हां नूं विश्वास दिवा के कश्मीरी पंडितां नूं भेजदे ने। ते एक शायर ने बहुत सोहणियां पंक्तियां लिखियां। वो कहंदा गुरु तेग बहादुर पातशाह जी ने शहादत दित्ती, उन्हां दी कुर्बानी दा सदका अज हिंदू धर्म दे मंदिरां दे दीवे जिहड़े जग रहे ने, उत्थे घंटियां वजदियां ने, पूजा हुंदी है ते ओह गुरु तेग बहादुर पातशाह जी की शहादत का सदका उन्हां दा धर्म अज बचिया होया। वो तो इत्थों तक कहंदा कि हिंदू मंदिरां दे दीवियां अंदर जे अज तेल नहीं जे बलदा, गुरु तेग बहादुर पातशाह जी का खून बलदा पिया। वो शायर कहंदा गुरु तेग बहादुर पातशाह जी पंडितां नूं कहंदे जाओ तुसीं अपने घरां विच जाओ ते जाके सुनेहा दे दिओ। बड़ियां सोहणियां पंक्तियां लिखियां। कहंदा जाओ बच्चियो तुसीं हुण घरे जाओ, सत दे सिर दे के सच बचांगा मैं, हिंदू धर्म दे बुझ रहे दीवियां अंदर खून लहू अपने खून दा पांगा मैं, पाया देश दियां जड़ां अंदर लहू अपना, भारत वर्ष दा भाग तां फल रहा है, अज भी हिंदू मंदिरां दे दीवियां अंदर लहू तेग बहादुर दा बल रहा। अज भी हिंदू मंदिरां दे दीवियां अंदर लहू तेग बहादुर दा बल रहा है।
ਪਹਿਲੀ ਕੁਰਬਾਨੀ ਆਪਣੇ ਪਿਤਾ ਜੀ ਦੀ ਦਿੱਤੀ। ਅੱਗੇ ਜਾ ਕੇ ਜਦੋਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਹੁੰਦੀ, ਕਿਉਂਕਿ ਸਮਾਂ ਬੜਾ ਸੀਮਿਤ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਜਿਹੜਾ ਹੈ ਦਿੱਲੀ ਦੇ ਵਿੱਚ ਹੋਇਆ ਤੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਹੋਇਆ। ਇੱਕ ਧੜ ਦੇ ਦੋ ਜਿਹੜੇ ਨੇ ਉਹ ਸੰਸਕਾਰ ਹੋਏ ਨੇ। ਸੀਸ ਲੈ ਕੇ ਭਾਈ ਜੈਤਾ ਗਿਆ। ਪੁੱਛਦੇ ਨੇ ਭਾਈ ਜੈਤੇ ਨੂੰ, ਭਾਈ ਜੈਤਿਆ ਜਦੋਂ ਪਿਤਾ ਜੀ ਦੀ ਸ਼ਹਾਦਤ ਹੋਈ ਉੱਥੇ ਸਿੱਖ ਨਹੀਂ ਸਨ, ਤੇ ਭਾਈ ਜੈਤਾ ਕਹਿੰਦਾ ਪਾਤਸ਼ਾਹ ਹੋਣਗੇ ਸਿੱਖ, ਦੁਨੀਆ ਬਹੁਤ ਸੀ, ਇਕੱਠ ਬਹੁਤ ਸੀ, ਪਰ ਸਿੱਖ ਦੀ ਪਹਿਚਾਣ ਕੀ ਸੀ? ਮੈਂ ਕਿਸ ਤਰ੍ਹਾਂ ਕਹਿ ਸਕਦਾ ਉੱਥੇ ਸਿੱਖ ਸਨ, ਸਾਰੇ ਤੇ ਇੱਕੋ ਜਿਹੇ ਸਨ। ਤੇ ਇਤਿਹਾਸ ਕਹਿੰਦਾ ਉੱਥੇ ਫਿਰ ਪਾਤਸ਼ਾਹ ਗੋਬਿੰਦ ਸਿੰਘ ਸਾਹਿਬ ਜੀ ਨੇ ਉੱਥੇ ਇੱਕ ਗੱਲ ਕਹੀ ਸੀ, ਭਾਈ ਜੈਤਿਆ ਇੱਕ ਸਮਾਂ ਆਏਗਾ ਐਸੀ ਸਿੱਖ ਦੀ ਪਛਾਣ ਬਣਾਵਾਂਗੇ ਕਿ ਸਿੱਖ ਕਰੋੜਾਂ ਦੇ ਵਿੱਚ ਖਲੋਤਾ ਹੋਇਆ ਲੁਕੇਗਾ ਨਹੀਂ, ਉਹਦੀ ਪਹਿਚਾਣ ਦੁਨੀਆ ਤੋਂ ਅੱਡਰੀ ਹੋਏਗੀ। ਫਿਰ ਉਹ ਸਮਾਂ ਆਇਆ 1699 ਦੀ ਵਿਸਾਖੀ, ਜਦੋਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ। ਤੇ ਕੱਲ ਦੇ ਦੀਵਾਨ ਵਿੱਚ ਆਪਾਂ ਵਿਚਾਰ ਕੀਤੀ ਸੀ ਕਿ ਪਰਮੇਸ਼ਰ ਨੇ ਆਪ ਆਪਣੇ ਪੁੱਤਰ ਦਾ ਦਰਜਾ ਦੇ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇਸ ਦੁਨੀਆ ਤੇ ਭੇਜਿਆ ਸੀ। ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ, ਕਿ ਤੁਹਾਨੂੰ ਇੱਕ ਪੰਥ ਦੀ ਸਿਰਜਣਾ ਕਰਨ ਵਾਸਤੇ ਭੇਜਣਾ ਹੈ। ਤੇ ਦਸ਼ਮੇਸ਼ ਪਿਤਾ ਜੀ ਨੇ ਕਿਹਾ ਸੀ, ਠਾੜ ਭਇਓ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਏ। ਅੱਜ ਉਹ ਸਮਾਂ ਆਇਆ ਕਿ ਪਾਤਸ਼ਾਹ ਜੀ ਇਸ ਪੰਥ ਦੀ ਸਿਰਜਣਾ ਕਰਨ ਲੱਗੇ, ਇੱਕ ਪਹਿਚਾਣ ਦੇਣ ਲੱਗੇ, ਇੱਕ ਵੱਖਰਾ ਰੂਪ ਕੌਮ ਨੂੰ ਦੇਣ ਲੱਗੇ। 1699 ਦੀ ਵਿਸਾਖੀ ਤੋਂ ਕੁਝ ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਹਾਲਾਂਕਿ ਅਜੇ ਸਿੰਘ ਨਾਂ ਦੇ ਨਾਲ ਨਹੀਂ ਜੁੜਿਆ, ਗੋਬਿੰਦ ਰਾਏ ਜੀ ਨਾਂ ਸੀ, ਪਰ ਮੈਂ ਜਿੱਥੇ ਵੀ ਲੋੜ ਪੈ ਗਈ ਗੋਬਿੰਦ ਸਿੰਘ ਜੀ ਗੁਰੂ ਸਾਹਿਬ ਜੀ ਦਾ ਨਾਂ ਸਤਿਕਾਰ ਦੇ ਨਾਲ ਲਾ। ਪੱਤਰਕਾਵਾਂ ਭੇਜ ਦਿੱਤੀਆਂ ਗਈਆਂ ਕਿ ਇਸ ਵਿਸਾਖੀ ਤੇ ਉਚੇਚੇ ਤੌਰ ਤੇ ਇੱਕ ਵੱਡਾ ਇਕੱਠ ਹੋਵੇ। ਉਹ ਦਿਨ ਆਇਆ ਵਿਸਾਖੀ ਵਾਲਾ, ਦੀਵਾਨ ਸਜਿਆ। ਸੱਜੇ ਦੀਵਾਨ ਦੇ ਵਿੱਚ ਬਹੁਤ ਸਾਰੀ ਸੰਗਤ ਸਾਹਮਣੇ ਬੈਠੀ ਸੀ, ਹਜ਼ਾਰਾਂ ਦਾ ਇਕੱਠ ਸੀ। ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਅੱਜ ਦੀਵਾਨ ਦੇ ਵਿੱਚ ਸ਼ਾਮਲ ਨੇ। ਦੀਵਾਨ ਦੀ ਸਮਾਪਤੀ ਹੋਈ ਹੈ। ਸਮਾਪਤੀ ਹੋਣ ਤੋਂ ਬਾਅਦ ਇੱਕਦਮ ਪਾਤਸ਼ਾਹ ਜੀ ਸਟੇਜ ਤੇ ਖੜੇ ਹੋ ਗਏ, ਆਪਣੀ ਤਲਵਾਰ ਨੂੰ ਕੱਢਿਆ ਤੇ ਤਲਵਾਰ ਕੱਢ ਕੇ ਨੰਗੀ ਤਲਵਾਰ ਨੂੰ ਲਹਿਰਾਉਂਦੇ ਹੋਏ ਗਰਜਵੀਂ ਆਵਾਜ਼ ਦੇ ਵਿੱਚ ਕਿਹਾ, ਕੋਈ ਗੁਰੂ ਦਾ ਸਿੱਖ ਉੱਠੇ, ਇੱਕ ਸੀਸ ਦੀ ਲੋੜ ਹੈ, ਇੱਕ ਸੀਸ ਭੇਟ ਕਰੇ। ਤੇ ਦੀਵਾਨ ਦੇ ਵਿੱਚ ਹਜ਼ਾਰਾਂ ਸੰਗਤ ਬੈਠੀ ਸੀ। ਇੱਕਦਮ ਸਨਾਟਾ ਛਾ ਗਿਆ, ਬਿਲਕੁਲ ਚੁੱਪ ਵਰਤ ਗਈ, ਕੋਈ ਬੋਲਦਾ ਨਹੀਂ ਸੀ ਪਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੀਸ ਦੀ ਮੰਗ ਕਰਨ ਲੱਗ ਪਏ ਨੇ, ਸਿੱਖਾਂ ਨੂੰ ਵੱਢਣਗੇ। ਜਦੋਂ ਤੀਸਰੀ ਵਾਰ ਫਿਰ ਉੱਚੀ ਗਰਜਵੀਂ ਆਵਾਜ਼ ਵਿੱਚ ਕਿਹਾ ਕਿ ਇੱਕ ਸੀਸ ਦੀ ਲੋੜ ਹੈ, ਫਿਰ ਗੁਰੂ ਦਾ ਸਿੱਖ ਉੱਠ ਕੇ ਖਲੋਤਾ ਸੰਗਤ ਦੇ ਵਿੱਚੋਂ ਹੱਥ ਜੋੜ ਕੇ, ਜਿਹਦਾ ਨਾਮ ਭਾਈ ਦਇਆ ਰਾਮ ਜੀ ਹੈ, ਪੰਜਾਂ ਪਿਆਰਿਆਂ ਦੇ ਵਿੱਚੋਂ ਹੱਥ ਜੋੜ ਕੇ ਖਲੋ ਗਿਆ, ਪਾਤਸ਼ਾਹ ਜੀ ਮੇਰਾ ਸੀਸ ਹਾਜ਼ਰ ਹੈ। ਜਦੋਂ ਇਹ ਗੱਲ ਕਹੀ ਤੇ ਦਸ਼ਮੇਸ਼ ਪਾਤਸ਼ਾਹ ਜੀ ਕਹਿੰਦੇ ਆ ਜਾ। ਗੁੱਟ ਤੋਂ ਫੜਿਆ, ਖਿੱਚ ਕੇ ਤੰਬੂ ਦੇ ਵਿੱਚ ਲੈ ਗਏ। ਸਟੇਜ ਦੇ ਪਿਛਲੇ ਬੰਨੇ ਤੰਬੂ ਸੀ। ਤੰਬੂ ਦੇ ਵਿੱਚ ਜਾਂਦਿਆਂ ਨੂੰ ਦੇਖਿਆ ਸੰਗਤਾਂ ਨੇ। ਤੰਬੂ ਵਿੱਚ ਜਾ ਕੇ ਤਲਵਾਰ ਦੇ ਚੱਲਣ ਦੀ ਆਵਾਜ਼ ਆਈ, ਧੜ ਦੇ ਡਿੱਗਣ ਦੀ ਆਵਾਜ਼ ਆਈ। ਲਹੂ ਭਿੱਜੀ ਤਲਵਾਰ ਲੈ ਕੇ ਪਾਤਸ਼ਾਹ ਫਿਰ ਆ ਕੇ ਸਟੇਜ ਤੇ ਖਲੋ ਗਏ। ਸਾਰੇ ਦੀਵਾਨ ਦੇ ਵਿੱਚ ਸਨਾਟਾ ਛਾ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਿੱਖਾਂ ਨੂੰ ਵੱਢਣ ਲੱਗ ਪਏ ਨੇ। ਫਿਰ ਉੱਚੀ ਆਵਾਜ਼ ਦੇ ਵਿੱਚ, ਗਰਜਵੀਂ ਆਵਾਜ਼ ਦੇ ਵਿੱਚ ਕਿਹਾ ਕਿ ਇੱਕ ਸੀਸ ਦੀ ਲੋੜ ਹੋ ਰਹੀ ਹੈ। ਕੋਈ ਨਹੀਂ ਬੋਲਦਾ ਪਿਆ, ਸਾਰੇ ਸਹਿਮ ਗਏ। ਜੋ ਦੂਸਰੀ ਤੀਸਰੀ ਵਾਰ ਕਿਹਾ, ਫਿਰ ਇੱਕ ਸਿੱਖ ਉੱਠ ਕੇ ਖਲੋਤਾ, ਭਾਈ ਧਰਮਦਾਸ ਜੀ, ਪਾਤਸ਼ਾਹ ਜੀ ਮੇਰਾ ਸੀਸ ਹਾਜ਼ਰ ਹੈ, ਮੈਂ ਸੀਸ ਦੇਣ ਵਾਸਤੇ ਤਿਆਰ ਹਾਂ। ਤੇ ਗੁਰੂ ਸਾਹਿਬ ਜੀ ਫਿਰ ਗੁੱਟ ਤੋਂ ਪਕੜ ਕੇ ਤੰਬੂ ਵਿੱਚ ਖਿੱਚ ਕੇ ਲੈ ਕੇ ਗਏ ਤੇ ਜਾ ਕੇ ਤਲਵਾਰ ਚੱਲਣ ਦੀ ਆਵਾਜ਼ ਆਈ, ਧੜ ਦੇ ਡਿੱਗਣ ਦੀ ਆਵਾਜ਼ ਆਈ। ਧੜ ਸੀਸ ਤੋਂ ਅੱਡ ਹੋਇਆ। ਲਹੂ ਭਿੱਜੀ ਤਲਵਾਰ ਲੈ ਕੇ ਫਿਰ ਪਾਤਸ਼ਾਹ ਜੀ ਸਟੇਜ ਤੇ ਆ ਗਏ। ਫਿਰ ਤੀਸਰੇ ਸਿਰ ਦੀ ਮੰਗ ਕਰਦੇ, ਚੌਥੇ ਸਿਰ ਦੀ ਮੰਗ ਕਰਦੇ, ਪੰਜਵੇਂ ਸਿਰ ਦੀ ਮੰਗ ਕਰਦੇ ਨੇ। ਵਾਰੀ ਵਾਰੀ ਪੰਜ ਸੀਸ ਪੰਜਾਂ ਪਿਆਰਿਆਂ ਦੇ ਜਿਹੜੇ ਅਸੀਂ ਨਾਂ ਲੈਂਦੇ ਆ,
ਇਹ ਪੰਜ ਪਿਆਰਿਆਂ ਨੇ ਆਪਣੇ ਆਪਣੇ ਸੀਸ ਭੇਟ ਕੀਤੇ। ਬਹੁਤ ਸਾਰੀ ਸੰਗਤ ਵਿੱਚੋਂ ਉੱਠ ਕੇ ਪਿੱਛੇ ਦੀ ਜਿਹੜੀ ਸੰਗਤ ਸੀ ਭੱਜਣਾ ਸ਼ੁਰੂ ਕਰ ਦਿੱਤਾ। ਪਾਤਸ਼ਾਹ ਜੀ ਤੇ ਆਪਣੇ ਸਿੱਖਾਂ ਨੂੰ ਵੱਢਣ ਲੱਗ ਪਏ ਨੇ। ਕੁਝ ਸਿੱਖ ਮਾਤਾ ਗੁਜਰ ਕੌਰ ਕੋਲ ਗਏ ਪਹੁੰਚੇ ਨੇ। ਮਾਤਾ ਜੀ, ਗੋਬਿੰਦ ਰਾਏ ਜੀ ਆਪਣੇ ਸਿੱਖਾਂ ਨੂੰ ਵੱਢਣ ਲੱਗ ਪਏ ਨੇ, ਆ ਕੇ ਸਮਝਾਓ। ਦੇਖੋ ਉਹ ਤੇ ਸਿੱਖਾਂ ਨੂੰ ਆਵਾਜ਼ ਦੇ ਦੇ ਕੇ ਆਪਣੇ ਸਿੱਖਾਂ ਨੂੰ ਕਤਲ ਕਰਨ ਲੱਗ ਪਏ ਨੇ। ਫਿਰ ਪਾਤਸ਼ਾਹ ਜੀ ਨੇ ਪੰਜ ਸੀਸ ਲਏ ਤੇ ਕੁਝ ਦੇਰ ਹੁਣ ਤੰਬੂ ਵਿੱਚ ਰਹੇ ਨੇ। ਫਿਰ ਆਪਣੀ ਤਲਵਾਰ ਨੂੰ ਪੂੰਝ ਕੇ ਮਿਆਨ ਦੇ ਵਿੱਚ ਪਾਉਂਦੇ ਹੋਏ ਸਟੇਜ ਤੇ ਆਏ। ਤੇ ਜਦੋਂ ਸਟੇਜ ਤੇ ਆਏ ਤੇ ਉਹ ਪੰਜੇ ਦੇ ਪੰਜੇ ਸਿੰਘ ਜਿਹੜੇ ਸਨ ਜਿਨ੍ਹਾਂ ਸੀਸ ਭੇਟ ਕੀਤੇ, ਸੋਹਣੀ ਪੋਸ਼ਾਕ ਪਵਾ ਕੇ ਉਹਨਾਂ ਨੂੰ ਤਿਆਰ ਬਰ ਤਿਆਰ ਕਰਕੇ ਸਟੇਜ ਤੇ ਲੈ ਕੇ ਆਏ। ਪਾਤਸ਼ਾਹ ਜੀ ਕਹਿਣ ਲੱਗੇ, ਇਹ ਮੇਰੇ ਪੰਜ ਪਿਆਰੇ ਨੇ, ਇਹ ਸਾਡੇ ਪਿਆਰੇ ਨੇ ਅੱਜ ਤੋਂ। ਤੇ ਫਿਰ ਪੰਜਾਂ ਪਿਆਰਿਆਂ ਨੂੰ ਇਤਿਹਾਸ ਕਹਿੰਦਾ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਵਾ ਕੇ, ਬਾਣੀ ਪੜ੍ਹ ਕੇ, ਪੰਜਾਂ ਬਾਣੀਆਂ ਦਾ ਜਾਪ ਕਰਕੇ ਅੰਮ੍ਰਿਤ ਤਿਆਰ ਕੀਤਾ ਗਿਆ। ਇਹਨਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਖੰਡੇ ਦੀ ਪਹੁਲ ਛਕਾਈ ਗਈ ਤੇ ਇਹਨਾਂ ਦੇ ਨਾਂ ਬਦਲ ਕੇ ਫਿਰ ਉਸ ਦਿਨ ਤੋਂ ਸਿੰਘ ਸ਼ਬਦ ਨਾਲ ਜੋੜਿਆ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੁਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਕਹਿਣ ਲੱਗੇ ਅੱਜ ਤੋਂ ਇਹ ਸਾਡੇ ਪਿਆਰੇ ਨੇ। ਇੱਕ ਪੰਥ ਦੀ ਸਿਰਜਣਾ ਹੋਈ ਅੱਜ। ਪੰਜਾਂ ਪਿਆਰਿਆਂ ਦੇ ਨਾਂ ਦੇ ਨਾਲ ਸਿੰਘ ਜੁੜਿਆ। ਕਹਿੰਦੇ ਅੱਜ ਤੋਂ ਸ਼ੇਰ ਨੇ, ਇਹਨਾਂ ਦੀ ਜਾਤਾਂ ਪਾਤਾਂ ਮਿਟ ਗਈਆਂ ਤੇ ਅੱਜ ਖਾਲਸਾ ਸੱਜ ਗਿਆ। ਇੱਕ ਖਾਸ ਰੂਪ ਦੇ ਦਿੱਤਾ। ਖਾਸ ਰੂਪ ਦੇ ਕੇ ਫਿਰ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਹੱਥ ਜੋੜ ਕੇ ਪੰਜਾਂ ਪਿਆਰਿਆਂ ਗਾੜੀ ਖਲੋ ਗਏ। ਕਹਿਣ ਲੱਗੇ, ਪੰਜ ਪਿਆਰਿਓ, ਤੁਸੀਂ ਮੇਰਾ ਖਾਸ ਰੂਪ ਹੋ, ਤੁਸੀਂ ਮੇਰੇ ਗੁਰੂ ਹੋ ਅੱਜ ਤੋਂ, ਤੇ ਮੈਂ ਤੁਹਾਡੇ ਤੋਂ ਚੇਲਾ ਬਣ ਕੇ ਹੁਣ ਖੰਡੇ ਦੀ ਪਹੁਲ ਮੰਗਦਾ ਹਾਂ। ਭਾਈ ਗੁਰਦਾਸ ਜੀ ਨੇ ਐਵੇਂ ਨਹੀਂ ਕਿਹਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕਹਿੰਦੇ ਹੁਣ ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਖੰਡੇ ਦੀ ਪਹੁਲ ਛਕਾਓ। ਪੰਜਾਂ ਪਿਆਰਿਆਂ ਨੇ ਗੁਰੂ ਸਾਹਿਬ ਜੀ ਨੂੰ ਅੰਮ੍ਰਿਤ ਛਕਾਇਆ। ਗੁਰੂ ਸਾਹਿਬ ਜੀ ਦੇ ਨਾਮ ਦੇ ਨਾਲੋਂ ਅੱਜ ਗੋਬਿੰਦ ਰਾਏ ਹਟ ਕੇ ਗੁਰੂ ਗੋਬਿੰਦ ਸਿੰਘ ਜੀ ਬਣੇ। ਬਹੁਤ ਸਾਰੀਆਂ ਸੰਗਤਾਂ ਨੇ ਅੰਮ੍ਰਿਤ ਛਕਿਆ ਤੇ ਖਾਲਸਾ ਪੰਥ ਦੀ ਸਿਰਜਣਾ ਹੋਈ। ਦਸ਼ਮੇਸ਼ ਪਾਤਸ਼ਾਹ ਜੀ ਨੇ ਉਹਨਾਂ ਨੂੰ ਰਹਿਤ ਬਹਿਤ ਸਮਝਾਈ, ਅੱਜ ਤੋਂ ਤੁਸੀਂ ਮੇਰਾ ਖਾਸ ਰੂਪ ਹੋ, ਤੁਸੀਂ ਖਾਲਸਾ ਹੋ। ਤੇ ਖਾਲਸੇ ਨੂੰ ਵਡਿਆਈ ਕੀ ਦਿੱਤੀ ਪਾਤਸ਼ਾਹ ਜੀ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਖਾਲਸਾ ਮੇਰੂ ਮੁਖ ਹੈ ਅੰਗਾ, ਖਾਲਸੇ ਕੈ ਹੋਂ ਸਦ ਸਦ ਸੰਗਾ। ਕਹਿੰਦੇ ਮੇਰਾ ਖਾਸ ਰੂਪ ਬਣ ਗਿਆ। ਰਹਿਤ ਸਮਝਾਈ। ਕਹਿਣ ਲੱਗੇ ਅੱਜ ਤੋਂ ਬਾਅਦ ਤੁਸੀਂ ਅਕਾਲ ਦੇ ਪੁਜਾਰੀ ਹੋ। ਤੁਸੀਂ ਥਾਂ ਥਾਂ ਤੇ ਜਾ ਕੇ ਮੜੀਆਂ ਮਸਾਣਾ ਤੇ ਮੱਥੇ ਨਹੀਂ ਟੇਕਣੇ, ਥਾਂ ਥਾਂ ਤੇ ਜਾ ਕੇ ਰੁੱਖਾਂ ਨੂੰ ਮੱਥੇ ਨਹੀਂ ਟੇਕਣੇ। ਤੁਸੀਂ ਕੇਵਲ ਅਕਾਲ ਦੇ ਪੁਜਾਰੀ ਹੋ, ਤੁਸੀਂ ਖਾਲਸਾ ਹੋ। ਵਿਪਰਨ ਦੀ ਰੀਤ ਦੇ ਵਿੱਚ ਨਹੀਂ ਪੈਣਾ, ਵਹਿਮਾਂ ਭਰਮਾਂ ਦੇ ਵਿੱਚ ਨਹੀਂ ਪੈਣਾ, ਦਿਨਾਂ ਦੀ ਵਿਚਾਰ ਨਹੀਂ ਕਰਨੀ, ਚੰਗੇ ਤੇ ਮਾੜੇ ਦਿਨਾਂ ਦੀ ਵਿਚਾਰ ਨਹੀਂ ਕਰਨੀ। ਪਰ ਅਫਸੋਸ ਕਿ ਅੱਜ ਤੱਕ ਵੀ ਅਸੀਂ ਵਿਪਰਨ ਦੀ ਰੀਤ ਦੇ ਵਿੱਚ ਫਸੇ ਹੋਏ ਆ। ਚੰਗੇ ਮਾੜੇ ਦਿਨ ਅੱਜ ਵੀ ਸਾਡੇ ਵਿੱਚ ਵਿਚਾਰੇ ਜਾਂਦੇ ਨੇ। ਅੱਜ ਅਸੀਂ ਆਪਣੀ ਬੱਚੇ ਦਾ ਵਿਆਹ ਰੱਖਣਾ ਹੋਵੇ ਨਾ, ਘਰੋਂ ਦੇ ਵਿੱਚੋਂ ਬੀਬੀਆਂ ਕਹਿ ਦਿੰਦੀਆਂ ਨੇ, ਭਾਈ ਜਰਾ ਪੈਂਚਕਾਂ ਵੇਖ ਲਿਓ, ਕਿਤੇ ਵਿਆਹ ਦੇ ਵਿੱਚ ਪੈਂਚਕਾਂ ਨਾ ਆ ਜਾਣ, ਕਿਤੇ ਸ਼ਰਾਧਾਂ ਦੇ ਵਿੱਚ ਆਪਾਂ ਵਿਆਹ ਨਾ ਰੱਖ ਲਈਏ, ਨਰਾਤਿਆਂ ਵਿੱਚ ਕਰਾਂਗੇ, ਕਿਉਂਕਿ ਸਾਡੀ ਸੋਚ ਵਿਪਰਨ ਕੀ ਰੀਤ ਵਾਲੀ ਹੈ। ਸ਼ਰਾਧਾਂ ਨੂੰ ਅਸੀਂ ਮਾੜੇ ਸਮਝਦੇ ਹਾਂ ਤੇ ਨਰਾਤਿਆਂ ਨੂੰ ਸ਼ੁਭ ਸਮਝਦੇ ਹਾਂ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਾਂਗੇ, ਪਾਤਸ਼ਾਹ ਜੀ ਦੱਸੋ ਕਿਹੜਾ ਦਿਨ ਮਾੜਾ ਹੈ ਤੇ ਕਿਹੜਾ ਦਿਨ ਚੰਗਾ ਹੈ, ਇਹ ਤੇ ਵਿਪਰਨ ਦੀ ਰੀਤ ਸੀ ਨਾ। ਵਿਪਰਵਾਦੀਆਂ ਨੇ ਸਾਨੂੰ ਦੱਸ ਦਿੱਤਾ ਕਿ ਸ਼ਰਾਧ ਬਹੁਤ ਮਾੜੇ ਨੇ ਤੇ ਨਰਾਤੇ ਬੜੇ ਸ਼ੁਭ ਨੇ। ਪੈਂਚਕਾਂ ਦੇ ਵਿੱਚ ਅਸੀਂ ਕੋਈ ਸ਼ੁਭ ਕੰਮ ਨਹੀਂ ਕਰਨਾ, ਫਲਾਣੇ ਦਿਨ ਨਹੀਂ ਕਰਨਾ ਕੋਈ ਕੰਮ, ਚੱਜ ਦਾ ਕੰਮ ਜਿਹੜਾ ਸ਼ੁਭ ਕੰਮ ਹੈ, ਦਿਨ ਦੀ ਵਿਚਾਰ ਕਰਨੀ। ਸ਼ਨੀਚਰਵਾਰ ਘਰ ਦੇ ਵਿੱਚ ਸਵਾਰੀ ਲੈ ਕੇ ਨਹੀਂ ਆਉਣੀ, ਸ਼ਨੀਚਰਵਾਰ ਕੋਈ ਮਸ਼ੀਨਰੀ ਖਰੀਦਣੀ ਨਹੀਂ। ਇੱਕ ਸਾਡੇ ਪੰਥ ਦੇ ਵਿੱਚ ਥੋੜੀ ਇਹ ਤੇ ਵਿਪਰਨ ਕੀ ਰੀਤ ਹੈ। ਵਿਪਰਨ ਨੇ ਸਮਝਾਇਆ ਸਾਨੂੰ, ਪਰ ਅਸੀਂ ਅੱਜ ਵਿਪਰਨ ਦੀ ਰੀਤ ਵਿੱਚ ਫਸੇ ਹੋਏ ਆ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛਾਂਗੇ ਤੇ ਪਾਤਸ਼ਾਹ ਜੀ ਕਹਿੰਦੇ, ਨਾਨਕ ਸੋਈ ਦਿਨ ਸੁਹੇਲੜਾ, ਜਿਤ ਪ੍ਰਭ ਆਵੇ ਚਿਤ।
ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਕਹਿੰਦੇ ਗੁਰੂ ਦੇ ਸਿੱਖਾ ਤੇਰੇ ਵਾਸਤੇ ਸਾਰਿਆਂ ਤੋਂ ਸ਼ੁਭ ਦਿਨ ਉਹੀ ਜਦੋਂ ਤੈਨੂੰ ਰੱਬ ਚੇਤੇ ਆ ਜਾਏ। ਤੂੰ ਅੰਮ੍ਰਿਤ ਵੇਲੇ ਦੇ ਨਿਯਮ ਨੂੰ ਨਿਭਾ। ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ ਕਿ ਗੁਰੂ ਦੇ ਸਿੱਖਾ ਪੰਜਾਂ ਬਾਣੀਆਂ ਦਾ ਨਿਤਨੇਮ ਕਰ, ਗੁਰੂ ਨੂੰ ਨਮਸਕਾਰ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰ, ਤੇਰੇ ਵਾਸਤੇ ਕੋਈ ਵੀ ਦਿਨ ਮਾੜਾ ਨਹੀਂ। ਤੇ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ ਸਾਰਿਆਂ ਤੋਂ ਦਿਨ ਮਾੜਾ ਜੇਕਰ ਹੈ ਉਹ ਦਿਨ ਹੈ ਜਿੱਦਣ ਸਾਨੂੰ ਰੱਬ ਭੁੱਲ ਜਾਏ, ਰੱਬ ਚੇਤੇ ਨਹੀਂ, ਨਿਤਨੇਮ ਅਸੀਂ ਨਹੀਂ ਕੀਤਾ, ਗੁਰੂ ਦੇ ਦਰਸ਼ਨ ਨਹੀਂ ਕੀਤੇ, ਗੁਰੂ ਦੇ ਚਰਨਾਂ 'ਚ ਅਰਦਾਸ ਨਹੀਂ ਕੀਤੀ, ਭਾਵੇਂ ਨਰਾਤੇ ਹੋਣ ਤੇ ਭਾਵੇਂ ਸਰਾਧ, ਸਾਡੇ ਸਾਰੇ ਦਿਨ ਮਾੜੇ ਨੇ। ਉਹੀ ਦਿਨ ਖਾਲਸੇ ਵਾਸਤੇ ਚੰਗਾ ਹੈ ਜਿੱਦਣ ਰੱਬ ਚੇਤੇ ਆਉਂਦਾ ਹੈ। ਤੇ ਪਾਤਸ਼ਾਹ ਜੀ ਨੇ ਕਿਹਾ ਸੀ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੇਉ ਮੈਂ ਸਾਰਾ, ਜਬ ਇਹ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਕਹਿੰਦੇ ਜਦੋਂ ਵਿਪਰ ਦੀ ਰੀਤ ਵਿੱਚ ਫਸ ਗਿਆ ਫਿਰ ਮੈਂ ਇਹਨਾਂ ਦੀ ਪ੍ਰਤੀਤ ਨਹੀਂ ਕਰਾਂਗਾ, ਪਰ ਇੱਕ ਗੱਲ ਜਿੰਨੀ ਦੇਰ ਤੱਕ ਖਾਲਸਾ ਨਿਆਰਾ ਰਹੇਗਾ ਮੈਂ ਇਹਨਾਂ ਦੇ ਨਾਲ ਰਹਾਂਗਾ, ਮੇਰਾ ਹੱਥ ਰਹੇਗਾ। ਅੱਜ ਅਸੀਂ ਵਿਪਰਨ ਦੀ ਰੀਤ ਵਿੱਚ ਫਸ ਗਏ। ਪਾਤਸ਼ਾਹ ਜੀ ਨੇ, ਦਸ਼ਮੇਸ਼ ਪਾਤਸ਼ਾਹ ਜੀ ਨੇ ਨਾਂਦੇੜ ਦੀ ਧਰਤੀ ਦੇ ਉੱਤੇ ਜਦੋਂ ਸਿੱਖਾਂ ਨੇ ਪੁੱਛਿਆ ਪਾਤਸ਼ਾਹ ਜੀ ਹੁਣ ਤੁਸੀਂ ਪੰਜ ਭੂਤਕ ਸਰੀਰ ਨੂੰ ਤਿਆਗਣਾ ਹੈ ਤੇ ਸਿੱਖ ਕੌਮ ਨੂੰ ਕਿਹਦੇ ਲੜ ਲਾ ਕੇ ਚੱਲੇ ਹੋ? ਤੇ ਪਾਤਸ਼ਾਹ ਜੀ ਨੇ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਗ੍ਰੰਥ ਮੰਨਣਾ ਹੈ। ਗਿਆਨੀ ਗਿਆਨ ਸਿੰਘ ਜੀ ਦਾ ਦੋਹਰਾ ਆਪਾਂ ਰੋਜ਼ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪੜ੍ਹਦੇ ਰੋਜ਼ ਆ। ਜੇਕਰ ਇੱਕ ਦਿਨ ਕਿਸੇ ਭਾਈ ਨੇ ਦੋਹਰਾ ਨਹੀਂ ਪੜਿਆ ਅਸੀਂ ਉਹਨੂੰ ਘੇਰ ਲੈਨੇ, ਭਾਈ ਸਾਹਿਬ ਜੀ ਦੋਹਰਾ ਨਹੀਂ ਪੜਿਆ। ਪਰ ਅਫਸੋਸ ਕਿ ਕੇਵਲ ਪੜਨ ਤੱਕ ਗਾਉਣ ਤੱਕ ਸੀਮਤ ਆ, ਉਹਦੇ ਤੇ ਵਿਚਾਰ ਨਹੀਂ ਕੀਤੀ। ਗਿਆਨੀ ਗਿਆਨ ਸਿੰਘ ਜੀ ਨੇ ਦੋਹਰਾ ਲਿਖਿਆ। ਦਸ਼ਮੇਸ਼ ਪਾਤਸ਼ਾਹ ਜੀ ਨੇ ਜਿਹੜੇ ਬਚਨ ਕਹੇ, ਕਹਿਣ ਲੱਗੇ ਖਾਲਸਾ ਜੀ ਅੱਜ ਤੋਂ ਬਾਅਦ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੈ। ਆਗਿਆ ਭਈ ਅਕਾਲ ਕੀ, ਪਰਮੇਸ਼ਰ ਦੀ ਅਕਾਲ ਪੁਰਖ ਦੀ ਆਗਿਆ ਦੇ ਨਾਲ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਅੱਜ ਆਪਣੇ ਆਪਣੇ ਘਰਾਂ ਦੇ ਵਿੱਚ ਝਾਤੀ ਮਾਰ ਕੇ ਵੇਖੀਏ, ਬੇਸ਼ੱਕ ਮੱਥਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਦੇ ਆ, ਪਰ ਕਈ ਥਾਂ ਤੇ ਅਸੀਂ ਗੁਰੂ ਬਣਾਏ ਨੇ, ਕਈਆਂ ਥਾਂ ਤੇ ਜਾ ਕੇ ਅਸੀਂ ਨੱਕ ਰਗੜਦੇ ਆ, ਹੱਥ ਦਿਖਾਉਂਦੇ ਫਿਰਦੇ ਆ, ਪੱਤਰੀਆਂ ਖਿਲਾਉਂਦੇ ਫਿਰਦੇ ਆ, ਸਾਡਾ ਗੁਰੂ ਹੈ। ਪਰ ਪਾਤਸ਼ਾਹ ਜੀ ਕਹਿੰਦੇ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗ੍ਰੰਥ ਮੰਨਣਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਗੁਰਾਂ ਕੀ ਦੇਹ ਹੈ। ਤੇ ਪਾਤਸ਼ਾਹ ਜੀ ਕਹਿੰਦੇ ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਦੇ। ਜੇ ਕੋਈ ਰੱਬ ਨੂੰ ਪਾਉਣਾ ਚਾਹੁੰਦਾ ਥਾਂ ਥਾਂ ਤੇ ਭਟਕਣ ਦੀ ਲੋੜ ਨਹੀਂ, ਕੇਵਲ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਓ, ਰੱਬ ਤੁਹਾਨੂੰ ਮਿਲ ਜਾਏਗਾ। ਤੁਸੀਂ ਗੁਰੂ ਦਾ ਖਾਸ ਰੂਪ ਤੇ ਬਣੋ, ਗੁਰੂ ਤੁਹਾਨੂੰ ਆਪਣਾ ਖਾਸ ਰੂਪ ਬਣਾਇਆ ਹੈ ਪਾਤਸ਼ਾਹ ਜੀ ਨੇ। ਪਰ ਅਫਸੋਸ ਕਿ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਮੱਥਾ ਟੇਕਣ ਤੱਕ ਸੀਮਤ ਹਾਂ। ਦਾਸ ਨੇ ਇੱਕ ਕਹਾਣੀ ਪੜ੍ਹੀ, ਗਿਆਨੀ ਰਗਵੀਰ ਸਿੰਘ ਜੀ ਵੀਰ, ਉਹਨਾਂ ਨੇ ਇੱਕ ਪੁਸਤਕ ਲਿਖੀ ਹੈ ਰਮਜੀ ਕਹਾਣੀਆਂ। ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ, ਕਹਿੰਦੇ ਇੱਕ ਖੋਜੀ ਨੇ ਬੜੀ ਵੱਡੀ ਖੋਜ ਕਰਕੇ ਉਹ ਪਹਾੜਾਂ ਦੀਆਂ ਕੁੰਦਰਾਂ ਤੱਕ ਪਹੁੰਚਾ। ਉਹਨੇ ਇੱਕ ਖਜ਼ਾਨੇ ਦੀ ਭਾਲ ਕੀਤੀ ਤੇ ਪਹਾੜਾਂ ਵਿੱਚ ਜਾ ਕੇ ਉਹਨੇ ਭਾਲ ਕੀਤੀ ਕਿ ਇੱਕ ਖਜ਼ਾਨਾ ਮਿਲ ਗਿਆ ਉਹਨੂੰ। ਉਹਨੇ ਇੱਕ ਨਕਸ਼ੇ, ਇੱਕ ਕਿਤਾਬ ਲਿਖੀ, ਕਿਤਾਬ ਦੇ ਵਿੱਚ ਸਾਰਾ ਨਕਸ਼ਾ ਉੱਥੋਂ ਤੱਕ ਪਹੁੰਚਣ ਦਾ ਰਸਤਾ ਉਹਨੇ ਬਣਾ ਦਿੱਤਾ। ਕਿਤਾਬ ਲਿਖ ਕੇ, ਪੁਸਤਕ ਲਿਖ ਕੇ ਉਹ ਆਪਣੇ ਇਲਾਕੇ ਵਿੱਚ ਪਹੁੰਚਾ ਤੇ ਇਲਾਕੇ ਦੇ ਸਿਆਣੇ ਲੋਕਾਂ ਨੂੰ ਇਕੱਠੇ ਕਰਕੇ ਨਾ, ਸੱਜਣਾ ਨੂੰ, ਜਿਹੜੇ ਦਾਨੇ ਸੱਜਣ ਸੀ ਇਕੱਠੇ ਕਰਕੇ ਕਹਿਣ ਲੱਗਾ ਮੈਂ ਬੜੀ ਵੱਡੀ ਖੋਜ ਕਰਕੇ, ਲੰਮੀ ਖੋਜ ਤੋਂ ਬਾਅਦ ਇੱਕ ਖਜ਼ਾਨੇ ਦੀ ਭਾਲ ਕੀਤੀ ਹੈ, ਉਹਦਾ ਸਾਰਾ ਕੁਝ ਮੈਂ ਇਸ ਪੁਸਤਕ ਦੇ ਵਿੱਚ ਲਿਖ ਚੱਲਿਆ। ਆ ਪੁਸਤਕ ਤੁਹਾਨੂੰ ਦੇ ਚੱਲਿਆ ਹਾਂ, ਇਹਨੂੰ ਤੁਸੀਂ ਪੜ੍ਹ ਲਓਗੇ, ਇਹਦੇ ਵਿੱਚੋਂ ਤੁਹਾਡਾ ਜੀਵਨ ਬਦਲ ਜਾਣਾ। ਇਲਾਕੇ ਨੂੰ ਇਕੱਠੇ ਕਰਕੇ ਇੱਕ ਪੁਸਤਕ ਦੇ ਦਿੱਤੀ। ਖੋਜੀ ਸੀ, ਫਿਰ ਖੋਜ ਵੱਲ ਚੱਲ ਗਿਆ। ਇਸ ਕਹਾਣੀ ਲਿਖਣ ਵਾਲੇ ਨੇ ਇੱਕ ਸਾਨੂੰ ਇਸ਼ਾਰਾ ਦਿੱਤਾ ਸਮਝਾਉਣ ਵਾਸਤੇ, ਮਤ ਕਿਤੇ ਸਮਝ ਲੈਣਾ ਕਿ ਭਾਈ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਪੁਸਤਕ ਕਹਿ ਕੇ ਗਏ ਨੇ। ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਗੁਰਾਂ ਕੀ ਦੇਹ ਹੈ, ਸਾਡੇ ਗੁਰੂ ਹਨ। ਪਰ ਉਸ ਲਿਖਾਰੀ ਨੇ ਸਾਨੂੰ ਸਮਝਾਉਣ ਵਾਸਤੇ ਬੜਾ ਸੋਹਣਾ ਲਿਖਿਆ। ਕਹਿੰਦਾ ਉਹਨੇ ਆਪਣੇ ਇਲਾਕੇ ਦੇ ਲੋਕ ਇਕੱਠੇ ਕੀਤੇ, ਪੁਸਤਕ ਦੇ ਕੇ ਚਲਿਆ ਗਿਆ। ਲੰਮੇ ਸਮੇਂ ਤੋਂ ਬਾਅਦ ਪਰਤਿਆ ਤੇ ਜਦੋਂ ਲੰਮੇ ਕਈ ਸਾਲਾਂ ਤੋਂ ਬਾਅਦ ਵਾਪਸ ਆਇਆ ਨਾ, ਸੋਚਦਾ ਸੀ
ਕਿ ਸ਼ਾਇਦ ਹੁਣ ਮੇਰਾ ਇਲਾਕਾ ਬਦਲ ਗਿਆ ਹੋਵੇਗਾ, ਮੇਰੇ ਇਲਾਕੇ ਦੇ ਵਿੱਚੋਂ ਗਰੀਬੀ ਖਤਮ ਹੋ ਗਈ, ਲੋਕਾਂ ਦੇ ਘਰਾਂ ਦੇ ਵਿੱਚ ਸੋਹਣਾ ਪ੍ਰਸ਼ਾਦਾ ਪੱਕਦਾ ਹੋਏਗਾ, ਹਰ ਇੱਕ ਦੇ ਕੋਲ ਰਹਿਣ ਵਾਸਤੇ ਸੋਹਣੀ ਛੱਤ ਹੋਏਗੀ। ਪਰ ਅਫਸੋਸ ਕਿ ਜਦੋਂ ਕਈਆਂ ਸਾਲਾਂ ਤੋਂ ਬਾਅਦ ਵਾਪਸ ਆਇਆ ਤੇ ਉਹਦੀ ਇਲਾਕੇ ਦੀ ਹਾਲਤ ਅੱਗੇ ਨਾਲੋਂ ਵੀ ਮਾੜੀ ਸੀ। ਉਹਨੇ ਫਿਰ ਆਪਣੇ ਇਲਾਕੇ ਦੇ ਸਿਆਣੇ ਲੋਕਾਂ ਨੂੰ ਇਕੱਠਿਆਂ ਕੀਤਾ, ਸਾਰੇ ਲੋਕਾਂ ਨੂੰ ਇਕੱਠਾ ਕਰਕੇ ਪੁੱਛਦਾ, ਕਹਿੰਦਾ ਮੈਂ ਤੁਹਾਨੂੰ ਇੱਕ ਪੁਸਤਕ ਦੇ ਕੇ ਗਿਆ ਸਾਂ ਤੇ ਤੁਹਾਨੂੰ ਇਹ ਗੱਲ ਕਹਿ ਕੇ ਗਿਆ ਸਾਂ ਕਿ ਇਹਨੇ ਤੁਹਾਡਾ ਜੀਵਨ ਬਦਲ ਦੇਣਾ। ਕਹਿੰਦੇ ਖੋਜੀਆ ਤੂੰ ਆ ਗਿਆ, ਸਾਨੂੰ ਵੀ ਤੇਰੀ ਭਾਲ ਸੀ, ਬੜੇ ਚਿਰ ਬਾਅਦ ਆਇਆ, ਤੂੰ ਸਾਡੇ ਨਾਲ ਧੋਖਾ ਕਰਕੇ ਗਿਆ। ਕਹਿੰਦਾ ਕਿਉਂ? ਕਹਿੰਦੇ ਤੂੰ ਸਾਨੂੰ ਪੁਸਤਕ ਦੇ ਕੇ ਗਿਆ ਸਾਂ, ਤੂੰ ਕਹਿੰਦਾ ਸਾਂ ਤੁਹਾਡਾ ਜੀਵਨ ਬਦਲ ਜਾਏਗਾ, ਪਰ ਅਸੀਂ ਇਸ ਪੁਸਤਕ ਨੂੰ ਮੱਥਾ ਟੇਕਿਆ, ਇਹਨੂੰ ਅਗਰਬੱਤੀ ਕਰਦੇ ਰਹੇ, ਇਹਨੂੰ ਸੋਹਣੇ ਕੱਪੜੇ ਵਿੱਚ ਲਪੇਟ ਕੇ ਰੱਖਦੇ ਰਹੇ, ਇਹਦੀ ਪੂਜਾ ਕਰਦੇ ਰਹੇ, ਪਰ ਸਾਡੇ ਜੀਵਨ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ। ਉਸ ਖੋਜੀ ਨੇ ਆਪਣੇ ਮੱਥੇ ਤੇ ਹੱਥ ਮਾਰਿਆ, ਕਹਿਣ ਲੱਗਾ ਭਲਿਓ, ਇਹ ਮੱਥਾ ਟੇਕਣ ਵਾਸਤੇ ਨਹੀਂ ਦੇ ਕੇ ਗਿਆ ਸਾਂ ਮੈਂ, ਇਹ ਤੁਹਾਨੂੰ ਅਗਰਬੱਤੀ ਕਰਨ ਵਾਸਤੇ ਨਹੀਂ ਦੇ ਕੇ ਗਿਆ ਸਾਂ, ਮੈਂ ਤੇ ਇਸ ਕਰਕੇ ਦੇ ਕੇ ਗਿਆ ਸਾਂ ਤੁਸੀਂ ਪੜ੍ਹ ਕੇ ਵਿਚਾਰ ਕਰਦੇ ਤੇ ਉਸ ਖਜ਼ਾਨੇ ਤੱਕ ਪਹੁੰਚ ਜਾਂਦੇ ਜਿੱਥੇ ਜਾ ਕੇ ਤੁਹਾਡਾ ਜੀਵਨ ਬਦਲ ਜਾਣਾ ਸੀ, ਜਿੱਥੋਂ ਜਾ ਕੇ ਤੁਹਾਨੂੰ ਸੁੱਖਾਂ ਦੀ ਪ੍ਰਾਪਤੀ ਹੋਣੀ ਸੀ। ਉਹਨੇ ਇਹ ਘਟਨਾ ਲਿਖ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੁਗੋ ਜੁਗ ਅਟਲ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੇਕਰ ਅਸੀਂ ਪੜ੍ਹ ਲਾਂਗੇ, ਵਿਚਾਰ ਲਾਂਗੇ, ਸਾਨੂੰ ਜੀਵਨ ਜੀਣ ਦੀ ਜਾਚ ਆ ਜਾਏਗੀ। ਦਸ਼ਮੇਸ਼ ਪਿਤਾ ਜੀ ਦਾ ਆਗਮਨ ਪੁਰਬ ਤੇ ਆਪ ਸੰਗਤਾਂ ਇਕੱਠੀਆਂ ਹੁੰਦੀਆਂ ਜੋ ਬੜੇ ਉਤਸ਼ਾਹ ਦੇ ਨਾਲ ਆਗਮਨ ਪੁਰਬ ਮਨਾਉਂਦੇ ਹੋ, ਤੇ ਜੇ ਇਹ ਆਗਮਨ ਪੁਰਬ ਮਨਾਉਣ ਦਾ ਲਾਭ ਤਾਦ ਹੈ ਜੇ ਗੁਰੂ ਦੀ ਵਿਚਾਰ ਨੂੰ ਆਪਣੇ ਘਰ ਲੈ ਕੇ ਜਾਈਏ, ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜੀਏ। ਇਹ ਬਾਣੀ ਐਵੇਂ ਕਿਸੇ ਲਿਖਾਰੀ ਦੀ ਲੇਖ ਨਹੀਂ ਹੈ, ਇਹ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਈ। ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਇਹ ਪ੍ਰਤੱਖ ਗੁਰੂ ਹੈ, ਇਹਦੇ ਚਰਨਾਂ ਦੇ ਨਾਲ ਜੁੜੀਏ, ਬਾਣੀ ਨੂੰ ਪੜ੍ਹੀਏ, ਬਾਣੀ ਨੂੰ ਵਿਚਾਰੀਏ ਤੇ ਵਹਿਮਾਂ ਭਰਮਾਂ ਤੋਂ ਦੂਰ ਹੋ ਕੇ ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ ਜੀ ਦੇ ਹੁਕਮ ਅਨੁਸਾਰ ਜੀਵਨ ਆਪਣਾ ਨਿਰਵਾਹ ਕਰੀਏ, ਤਾਂ ਕਿ ਸਾਨੂੰ ਸਮਝ ਲੱਗ ਸਕੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ, ਗੁਰੂ ਦੀ ਬਾਣੀ ਕੀ ਸਮਝਾਉਣਾ ਚਾਹੁੰਦੀ ਹੈ। ਜੇਕਰ ਆਪਣੇ ਘਰਾਂ ਦੇ ਵਿੱਚ ਪ੍ਰਕਾਸ਼ ਕਰਾ ਕੇ ਭਾਈ ਸਾਹਿਬ ਬੁਲਾ ਕੇ ਆਪਾਂ ਬਾਣੀ ਦਾ ਪਾਠ ਪ੍ਰਾਰੰਭ ਕਰਾ ਲਿਆ, ਬਾਣੀ ਦਾ ਪਾਠ ਆਪਾਂ ਕਰਾ ਲਿਆ, ਪਰ ਸੁਣਿਆ ਨਹੀਂ ਤੇ ਕੋਈ ਲਾਭ ਨਹੀਂ ਜਿਉਣਾ। ਬਾਣੀ ਪੜ੍ਹਨ ਵਾਸਤੇ ਨਹੀਂ ਕਿ ਲਗਾਤਾਰ ਭਾਈ ਸਾਹਿਬ ਜੀ ਨੂੰ ਸੱਦ ਕੇ ਘਰ ਬਾਣੀ ਦਾ ਪ੍ਰਵਾਹ ਚਲਾ ਲਿਆ, ਆਪਾਂ ਸੁਣਿਆ ਨਹੀਂ ਸੁਣਨਾ ਵੀ ਹੈ। ਸਾਡੇ ਘਰ ਦੇ ਵਿੱਚ ਕੋਈ ਪ੍ਰਾਹੁਣਾ ਆ ਜਾਏ ਨਾ, ਤੇ ਉਸ ਪ੍ਰਾਹੁਣੇ ਦੇ ਕੋਲ ਜੇ ਪਰਿਵਾਰ ਦਾ ਇੱਕ ਅੱਧਾ ਮੈਂਬਰ ਬੈਠੇ ਨਾ, ਉਹਦੀ ਗੱਲ ਨੂੰ ਨਾ ਸੁਣੇ ਤਾਂ ਕਹਿੰਦਾ ਮੈਂ ਆਪਣੇ ਘਰ ਚੱਲਿਆ, ਮੈਂ ਕੋਈ ਬੇਵਕੂਫ ਥੋੜੀ ਆ। ਇਹ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਸਾਡੇ ਘਰ ਵਿੱਚ ਆਉਂਦੇ ਆ, ਪਰ ਅਸੀਂ ਬਾਣੀ ਨੂੰ ਸੁਣਦੇ ਨਹੀਂ, ਬਾਣੀ ਨੂੰ ਵਿਚਾਰਦੇ ਨਹੀਂ, ਤੇ ਉਹ ਪਾਤਸ਼ਾਹ ਜੀ ਸਾਡੇ ਘਰ ਵਿੱਚ ਆਉਂਦੇ ਆ, ਤੇ ਫਿਰ ਪਾਤਸ਼ਾਹ ਜੀ ਦੇ ਕੋਲ ਬਹਿ ਕੇ ਜੋ ਪਾਤਸ਼ਾਹ ਜੀ ਸਾਨੂੰ ਗਿਆਨ ਦਿੰਦੇ ਨੇ, ਉਸ ਗਿਆਨ ਨੂੰ ਹਾਸਲ ਕਰਨਾ ਚਾਹੀਦਾ, ਤਾਂ ਕਿ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਆ ਜਾਏ। ਤਬਦੀਲੀ ਇਸੇ ਕਰਕੇ ਨਹੀਂ, ਕੇਵਲ ਆਪਾਂ ਮੱਥਾ ਟੇਕਣ ਤੱਕ ਸੀਮਤ ਆ, ਸੋਹਣੇ ਰਮਾਲੇ ਭੇਟ ਕਰ ਦਿੰਦੇ ਆ, ਭੇਟਾਂ ਵੱਧ ਤੋਂ ਵੱਧ ਦੇ ਦਿੰਦੇ ਆ, ਪਰ ਗੁਰੂ ਦੀ ਵਿਚਾਰਧਾਰਾ ਦੇ ਨਾਲ ਜਿੰਨਾ ਚਿਰ ਨਹੀਂ ਜੁੜਦੇ, ਸਾਡੀ ਹਾਲਤ ਉਸ ਇਲਾਕੇ ਦੇ ਇਨਸਾਨਾਂ ਵਰਗੀ ਹੋਏਗੀ ਜਿਨ੍ਹਾਂ ਨੇ ਕੇਵਲ ਪੁਸਤਕ ਨੂੰ ਮੱਥਾ ਟੇਕਿਆ ਸੀ, ਪੜ੍ਹ ਕੇ ਵਿਚਾਰਿਆ ਨਹੀਂ ਸੀ। ਬਾਣੀ ਨੂੰ ਪੜ੍ਹੀਏ, ਬਾਣੀ ਦੇ ਨਾਲ ਜੁੜੀਏ, ਤਾਂ ਕਿ ਸਾਡੇ ਜੀਵਨ ਵਿੱਚ ਤਬਦੀਲੀ ਆ ਸਕੇ। ਸਮੇਂ ਦੀ ਸਮਾਪਤੀ ਹੈ। ਆਪ ਬੇਅੰਤ ਸੰਗਤਾਂ ਵੱਲੋਂ ਗੁਰਬਾਣੀ ਦੇ ਸਤਿਕਾਰ ਵਿੱਚ ਮਾਇਆ ਆਈ, ਪਾਤਸ਼ਾਹ ਨਾਮ ਆਪ ਜਾਣਦੇ ਨੇ, ਏਕ ਤੋਂ ਅਨੇਕ ਚੜ੍ਹਦੀ ਕਲਾ ਬਖਸ਼ਣ। ਆਪ ਸਮੂਹ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਇਕਾਗਰਤਾ ਦੇ ਨਾਲ ਵਿਚਾਰਾਂ ਨੂੰ ਸਰਵਣ ਕੀਤਾ ਹੈ। ਮਹਾਂਪੁਰਸ਼ਾਂ ਦਾ, ਪ੍ਰਬੰਧਕ ਜਨਾਂ ਦਾ ਧੰਨਵਾਦ ਹੈ। ਸਤਿਕਾਰਯੋਗ ਬਾਬਾ ਬਚਨ ਸਿੰਘ ਜੀ, ਬਾਬਾ ਚੰਦਨ ਸਿੰਘ ਜੀ, ਬਾਬਾ ਗੁਰਜੰਟ ਸਿੰਘ ਜੀ, ਸੇਵਾਦਾਰ ਬਾਬਾ ਲੱਖਾ ਸਿੰਘ ਜੀ ਰਾਜਸਥਾਨੀ, ਜਿਨ੍ਹਾਂ ਨੇ ਦਾਸ ਨੂੰ ਸਮਾਂ ਦੇ ਕੇ ਨਿਵਾਜਿਆ। ਦਾਸ ਭਾਈ ਹਰਦੀਪ ਸਿੰਘ ਗੁਰਦੁਆਰਾ ਨਾਨਕਪੁਰੀ ਟਾਂਡਾ ਸਾਹਿਬ ਤੋਂ, ਜਿਨ੍ਹਾਂ ਨੇ ਪਾਤਸ਼ਾਹ ਜੀ ਦੇ ਸੇਵਾਦਾਰ ਬਾਬਿਆਂ ਮਹਾਂਪੁਰਸ਼ਾਂ ਨੇ ਬੁਲਾ ਕੇ ਆਪ ਜੀ ਦੇ ਸਮਕਸ਼ ਵਿਚਾਰ ਕਰਨ ਦਾ ਸਮਾਂ ਬਖਸ਼ਿਆ। ਸੋ ਸਭਨਾਂ ਦਾ ਤਹਿ ਦਿਲ ਤੋਂ ਧੰਨਵਾਦ, ਕੋਟਾਨ ਕੋਟ ਧੰਨਵਾਦ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਵਿਚਾਰਾਂ ਕਰਨ ਦੀ ਸਮੱਤ ਬਖਸ਼ੀ। ਦਾਸ ਤੋਂ ਉਪਰੰਤ ਪੰਥ ਦੇ ਮਹਾਨ ਕਵੀਸ਼ਰੀ ਜਥਾ ਭਾਈ ਗੁਰਭੇਜ ਸਿੰਘ ਜੀ ਜੌਹਲ, ਜੋ ਕਿ ਬਹੁਤ ਹੀ ਬੁਲੰਦ ਆਵਾਜ਼ਾਂ ਚੜ੍ਹਦੀ ਕਲਾ ਦਾ ਜਥਾ ਪੰਜਾਬ ਦੀ ਧਰਤੀ ਤੋਂ ਮਹਾਂਪੁਰਸ਼ਾਂ ਨੇ ਆਪ ਜੀ ਦੀ ਸੇਵਾ ਵਿੱਚ ਬੁਲਾਇਆ ਹੈ। ਮੈਂ ਸੰਗਤਾਂ ਦੇ ਚਰਨਾਂ ਵਿੱਚ ਅਰਦਾਸ ਕਰਾਂ, ਬੇਨਤੀ ਕਰਦਾ ਸੰਗਤਾਂ ਦੇ ਚਰਨਾਂ ਦੇ ਵਿੱਚ ਕਿ ਆਪ ਪੰਡਾਲ ਦੇ ਵਿੱਚ ਪਹੁੰਚ ਕੇ ਹਾਜ਼ਰੀ ਭਰ ਕੇ, ਹਾਲਾਂਕਿ ਮਹਾਂਪੁਰਸ਼ਾਂ ਨੇ ਬਹੁਤ ਸੋਹਣਾ ਪ੍ਰਬੰਧ, ਲੰਗਰ ਦਾ ਪ੍ਰਬੰਧ ਬਹੁਤ ਸੋਹਣਾ ਹੈ, ਚਾਹ ਪਕੌੜਿਆਂ ਦਾ ਲੰਗਰ ਹੈ, ਬਹੁਤ ਸੋਹਣਾ ਲੰਗਰ ਚੱਲ ਰਿਹਾ ਹੈ, ਇਹ ਸਾਡੇ ਵਾਸਤੇ ਜ਼ਰੂਰੀ ਹੈ। ਪਰ ਰੂਹ ਦੀ ਖੁਰਾਕ ਹੈ ਸਾਡੇ, ਅਸੀਂ ਬਾਣੀ ਨਾਲ ਜੁੜੀਏ, ਇਤਿਹਾਸ ਦੇ ਨਾਲ ਜੁੜੀਏ। ਲਾਭ ਤਾਦ ਹੈ ਜੇਕਰ ਆ ਕੇ ਪੰਡਾਲ ਵਿੱਚ ਬੈਠਾਂਗੇ, ਕੁਝ ਸਰਵਣ ਕਰਕੇ ਜਾਵਾਂਗੇ, ਸਿੱਖ ਇਤਿਹਾਸ ਸਰਵਣ ਕਰਾਂਗੇ, ਤਾਂ ਕਿ ਸਾਡੇ ਬੱਚਿਆਂ ਨੂੰ ਨਾਲ ਲੈ ਕੇ, ਬੱਚੇ ਬਾਹਰ ਘੁੰਮ ਰਹੇ ਨੇ, ਅਸੀਂ ਪੰਡਾਲ ਵਿੱਚ ਬੈਠੀਏ ਤੇ ਕੁਝ ਲਾਹਾ ਲੈ ਸਕੀਏ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਹੁਣ 1:15 ਵਜੇ ਤੱਕ, ਠੀਕ 1.25 ਘੰਟੇ ਵਾਸਤੇ ਭਾਈ ਗੁਰਭੇਜ ਸਿੰਘ ਜੀ ਜੌਹਲ ਤਿੰਨਾਂ ਦੇ ਕਵੀਸ਼ਰੀ ਜਥੇ ਪਾਸੋਂ ਆਪ ਗੁਰ ਇਤਿਹਾਸ ਸਰਵਣ ਕਰਕੇ ਜੀਵਨ ਵਿੱਚ ਰਾਹ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।